ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੇਮਕੁੰਡ ਪਰਬਤ ਉੱਪਰ ਤਪੱਸਿਆ ਕਰ ਰਹੇ ਤਪਸਵੀ ਨੂੰ ਅਕਾਲ ਪੁਰਖ ਜੀ ਨੇ ਕਿਹਾ, ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਨਿਵਾਜ ਰਹੇ ਹਾਂ। ਤੁਸੀਂ ਇਸ ਦੇ ਨਾਲ ਭਾਰਤ ਵਰਸ਼ ਦੇ ਕਲਿਆਣ ਲਈ ਨਹੀਂ ਜਾਣਾ, ਸਗੋਂ ਤੁਹਾਨੂੰ ਗੁਰੂ ਨਾਨਕ ਨਿਰੰਕਾਰੀ ਦੇ ਇਲਾਹੀ ਤਖਤ ਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਘਰ ਅਵਤਾਰ ਧਾਰਨਾ ਪਏਗਾ। ਇਸ ਵਿੱਚ ਸ਼ੱਕ ਨਹੀਂ ਕਿ ਆਤਮਿਕ ਤੌਰ 'ਤੇ ਤੁਸੀਂ ਮੇਰਾ ਹੀ ਰੂਪ ਹੋ, ਮੇਰੇ ਨਾਲੋਂ ਵੱਖਰੇ ਨਹੀਂ। ਪਰ ਸੰਸਾਰ ਦੀ ਮਰਿਆਦਾ ਚਲਾਉਣ ਲਈ ਜਿਸ ਤਰ੍ਹਾਂ ਹਰ ਸਮੇਂ ਅਸੀਂ ਕਿਸੇ ਨਾ ਕਿਸੇ ਮਹਾਂਪੁਰਖ ਨੂੰ ਇਸ ਮਾਤਲੋਕ ਵਿੱਚ ਭੇਜਦੇ ਰਹੇ ਹਾਂ, ਇਸੇ ਤਰ੍ਹਾਂ ਅਸੀਂ ਤੁਹਾਨੂੰ ਆਪਣੇ ਨਾਲੋਂ ਵਿਛੋੜ ਰਹੇ ਹਾਂ। ਇਹ ਠੀਕ ਹੈ ਕਿ ਕਿਸ ਤਰ੍ਹਾਂ ਤੁਹਾਡਾ ਦਿਲ ਸਾਥੋਂ ਵਿਛੜ ਕੇ ਨਹੀਂ ਕਰਦਾ, ਇਸੇ ਤਰ੍ਹਾਂ ਸਾਡਾ ਦਿਲ ਵੀ ਤੁਹਾਨੂੰ ਵਿਛੋੜਨਾ ਨਹੀਂ ਚਾਹੁੰਦਾ। ਇਹ ਪ੍ਰੇਮ ਦੋਹੀਂ ਪਾਸੀਂ ਇੱਕੋ ਜਿਹੀ ਖਿੱਚ ਪਾ ਰਿਹਾ ਹੈ। ਤੁਹਾਨੂੰ ਇਹ ਦੇਹੀ ਇੱਥੇ ਹੀ ਤਿਆਗ ਕੇ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਗੁਜਰੀ ਜੀ ਦੀ ਕੁੱਖ ਵਿੱਚ ਜਾ ਕੇ ਨਿਵਾਸ ਕਰਨਾ ਪਏਗਾ ਅਤੇ ਸਮੇਂ ਅਨੁਸਾਰ ਅਵਤਾਰ ਧਾਰ ਕੇ ਪਹਿਲਾਂ ਬਾਲ ਲੀਲਾ ਦੇ ਕੌਤਕ ਦਿਖਾਉਣੇ ਪੈਣਗੇ। ਭਾਰਤ ਵਰਸ਼ ਦੀ ਜਨਤਾ ਅਤੇ ਹਕੂਮਤ ਨੂੰ ਇਹ ਪ੍ਰਗਟ ਕਰਨਾ ਹੋਵੇਗਾ ਕਿ ਤੁਸੀਂ ਇਸ ਕਾਰਜ ਲਈ ਸੰਸਾਰ ਅੰਦਰ ਆਏ ਹੋ। ਤੁਸੀਂ ਮੇਰਾ ਰੂਪ ਹੋ ਗਏ ਹੋ, ਮੇਰੇ ਹੀ ਸਪੁੱਤਰ ਹੋ। ਪਰ ਦੁਨੀਆ ਨੂੰ ਅਲੌਕਿਕ ਚਮਤਕਾਰ ਦਿਖਾਉਣ ਲਈ ਇਹ ਸਭ ਕੁਝ ਕਰਨਾ ਪਏਗਾ। ਹੇਮਕੁੰਡ ਦੇ ਤਪਸਵੀ ਨੇ ਪ੍ਰਵਾਨਗੀ ਵਿੱਚ ਹਾਂ ਕਰਦਿਆਂ ਅਕਾਲ ਪੁਰਖ ਦੇ ਚਰਨਾਂ 'ਤੇ ਫਿਰ ਸੀਸ ਰੱਖ ਦਿੱਤਾ ਅਤੇ ਕਿਹਾ, ਮੇਰੇ ਸ਼ਹਿਨਸ਼ਾਹ, ਮੇਰੇ ਸੋਹਣੇ ਪ੍ਰੀਤਮ ਜੀਓ, ਇੱਕ ਪਾਸੇ ਕਹਿ ਰਹੇ ਹੋ ਕਿ ਇਹ ਦਾਸ ਆਪ ਦਾ ਹੀ ਰੂਪ ਹੋ ਚੁੱਕਾ ਹੈ ਅਤੇ ਨਾਲ ਹੀ ਆਪ ਹੁਕਮ ਕਰ ਰਹੇ ਹੋ ਕਿ ਇਹ ਦਾਸ ਮਾਤਲੂਕ ਵਿੱਚ ਜਾ ਕੇ ਗੁਰੂ ਨਾਨਕ ਨਿਰੰਕਾਰੀ ਦੇ ਤਖਤ ਉੱਤੇ ਬਿਰਾਜਮਾਨ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਸੁਭਾਗੀ ਕੁੱਖ ਤੋਂ ਜਨਮ ਲਵੇ। ਸੋ ਮੇਰੇ ਚੋਜੀ ਪ੍ਰੀਤਮ ਜੀਓ, ਆਪ ਦੇ ਕੌਤਕ ਬੜੇ ਨਿਰਾਲੇ ਹਨ, ਜਿਨ੍ਹਾਂ ਦੀ ਸਮਝ ਨਹੀਂ ਆਉਂਦੀ। ਦਾਤਾਰ ਜੀਓ, ਜੋ ਆਪ ਜੀ ਦਾ ਰੂਪ ਹੋ ਚੁੱਕਾ ਹੈ, ਉਹ ਫਿਰ ਜਨਮ ਮਰਨ ਵਿੱਚ ਆਵੇ, ਇਸ ਲੀਲਾ ਦੀ ਸਮਝ ਨਹੀਂ ਆ ਰਹੀ। ਅਕਾਲ ਪੁਰਖ ਜੀ ਮੁਸਕਰਾਏ ਅਤੇ ਫਰਮਾਇਆ, ਕੀ ਤੁਸੀਂ ਸਮਝ ਰਹੇ ਹੋ ਕਿ ਅਸੀਂ ਤੁਹਾਨੂੰ ਆਪਣੇ ਨਾਲੋਂ ਵੱਖਰਿਆਂ ਕਰ ਰਹੇ ਹਾਂ? ਨਹੀਂ, ਬਿਲਕੁਲ ਨਹੀਂ। ਤੁਸੀਂ ਸਾਥੋਂ ਬਿਲਕੁਲ ਵੱਖਰੇ ਨਹੀਂ ਹੋ ਰਹੇ। ਸਾਡਾ ਰੂਪ ਤੇ ਜਨਮ ਮਰਨ ਵਿੱਚ ਆਵੇ, ਇਹ ਕਦੀ ਨਹੀਂ ਹੋ ਸਕਦਾ। ਸਗੋਂ ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਤੁਸੀਂ ਮਹਾਂਕਾਲ ਕਾਲਕਾ ਅਰਾਧੀ ਹੈ। ਇਹ ਮਹਾਂਕਾਲ ਕਾਲਕਾ ਸਾਰੇ ਬ੍ਰਹਿਮੰਡ ਦਾ ਕੰਟਰੋਲ ਕਰਨ ਵਾਲੀ ਸਾਡੀ ਸ਼ਕਤੀ ਹੈ। ਇਹ ਸ਼ਕਤੀ ਤੁਹਾਡੀ ਆਤਮਾ ਦਾ ਅੰਗ ਬਣ ਚੁੱਕੀ ਹੈ। ਇਹ ਸ਼ਕਤੀ ਨਿਰਾਕਾਰ ਹੈ, ਪਰ ਸੰਸਾਰ ਅੰਦਰ ਸਾਰੇ ਕਾਰਜ ਚਲਾ ਰਹੀ ਹੈ। ਇਹ ਸ਼ਕਤੀ ਸੰਤ ਉਭਾਰਨ, ਦੁਸ਼ਟ ਸੰਘਾਰਨ ਲਈ ਸੰਸਾਰ ਅੰਦਰ ਧਰਤੀ 'ਤੇ ਧਰਮ ਦੀ ਪਾਲਣਾ ਲਈ ਗੋਬਿੰਦ ਦਾ ਰੂਪ ਧਾਰਨ ਕਰ ਰਹੀ ਹੈ। ਇਹ ਠੀਕ ਹੈ ਕਿ ਸੰਸਾਰ ਦੀਆਂ ਨਜ਼ਰਾਂ ਵਿੱਚ ਜਿਹੜੀਆਂ ਨਜ਼ਰਾਂ ਮੋਹ ਮਾਇਆ ਤੋਂ ਪ੍ਰਭਾਵਿਤ ਹੋ ਚੁੱਕੀਆਂ ਹਨ, ਇਹ ਹੋਵੇਗਾ ਕਿ ਗੋਬਿੰਦ ਨੇ ਮਾਤਾ ਗੁਜਰੀ ਦੀ ਕੁੱਖੋਂ ਜਨਮ ਲਿਆ ਹੈ। ਪਰ ਸੰਸਾਰ ਦੇ ਮਹਾਂਪੁਰਖ ਇਹ ਜਾਣਦੇ ਹਨ ਕਿ ਗੋਬਿੰਦ ਜਨਮ ਮਰਨ ਦੋਹਾਂ ਵਿੱਚ ਨਹੀਂ ਆਉਂਦਾ, ਪਰ ਸੰਸਾਰ ਅੰਦਰ ਕੌਤਕ ਕਰਨ ਲਈ ਗੋਬਿੰਦ ਨੂੰ ਵੀ ਕੋਈ ਰੂਪ ਧਾਰਨਾ ਹੀ ਪੈਂਦਾ ਹੈ। ਇਸ ਮਹਾਂਕਾਲ ਕਾਲਕਾ ਨੇ ਗੋਬਿੰਦ ਦਾ ਰੂਪ ਧਾਰ ਕੇ ਹੀ ਤਾਂ ਕਲਯੁਗ ਜੀਵਾਂ ਨੂੰ ਜੀਆਂ ਦਾਨ ਦੇਣਾ ਹੈ, ਭਗਤੀ ਵੱਲ ਲਾਉਣਾ ਹੈ ਅਤੇ ਆਪਣੇ ਨਾਲ ਅਭੇਦ ਕਰਨਾ ਹੈ। ਸੋ ਭਾਰਤ ਵਰਸ਼ ਦੇ ਉੱਤਰਾਖੰਡ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਸੰਸਾਰ ਅੰਦਰ ਇੱਕ ਨਵੀਂ ਜੋਤ ਜਗਾਉਣੀ ਹੈ। ਸੰਸਾਰਿਕ ਜੀਵਾਂ ਦੀਆਂ ਰੂਹਾਂ ਮੋਹ ਮਾਇਆ, ਵਿਸ਼ੇ ਵਿਕਾਰਾਂ, ਦੁਨਿਆਵੀ ਰਾਜ ਦੰਡ ਤੇ ਅਤਿਆਚਾਰਾਂ, ਨੀਵੀਆਂ ਮਨੋਬਿਰਤੀਆਂ ਕਰਕੇ ਮੁਰਦਾ ਹੋ ਚੁੱਕੀਆਂ ਹਨ। ਸੋ ਅਸੀਂ ਗੋਬਿੰਦ ਦਾ ਰੂਪ ਧਾਰ ਕੇ ਮੁਰਦਾ ਰੂਹਾਂ ਨੂੰ ਸੁਰਜੀਤ ਕਰਨਾ ਹੈ। ਜੀਆਂ ਦਾਨ ਦੇ ਕੇ
ਉਹਨਾਂ ਨੂੰ ਬਲਵਾਨ ਕਰਨਾ ਹੈ, ਨਾਮ ਸਿਮਰਨ ਦੀ ਪ੍ਰੇਰਨਾ ਕਰਨੀ ਹੈ। ਜਿਸ ਤਰ੍ਹਾਂ ਇਸ ਮਹਾਂਕਾਲ ਕਾਲਕਾ ਨੇ ਰਾਖਸ਼ਾਂ ਦਾ ਨਾਸ਼ ਕਰਨ ਲਈ ਚੰਡਕਾ ਭਵਾਨੀ ਦੁਰਗਾ ਭਗਵਤੀ ਦਾ ਰੂਪ ਧਾਰਿਆ ਸੀ ਅਤੇ ਮਹਿਖਾਸੁਰ ਆਦਿ ਦੈਂਤਾਂ ਦਾ ਨਾਸ਼ ਕੀਤਾ ਸੀ, ਹੁਣ ਉਹ ਸ਼ਕਤੀ ਪਾਪੀਆਂ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਗੋਬਿੰਦ ਦਾ ਰੂਪ ਧਾਰਨ ਕਰ ਰਹੀ ਹੈ। ਇਹ ਸ਼ਕਤੀ ਅਟੱਲ ਹੈ, ਅਮਰ ਹੈ, ਜਿਸ ਨੂੰ ਪ੍ਰਾਪਤ ਹੁੰਦੀ ਹੈ ਉਹ ਇਸ ਤਰ੍ਹਾਂ ਪ੍ਰਤੀਤ ਕਰਦਾ ਹੈ ਕਿ ਉਹ ਅੰਮ੍ਰਿਤ ਪਾਨ ਕਰਕੇ ਅਮਰ ਹੋ ਚੁੱਕਾ ਹੈ। ਸੋ ਇਸ ਸ਼ਕਤੀ ਨੇ ਗੋਬਿੰਦ ਦਾ ਰੂਪ ਧਾਰ ਕੇ ਸੰਸਾਰ ਦੇ ਜੀਵਾਂ ਨੂੰ ਅੰਮ੍ਰਿਤ ਬਖਸ਼ਣਾ ਹੈ। ਅਜਿਹਾ ਅੰਮ੍ਰਿਤ ਜਿਸ ਨਾਲ ਇੱਕ ਪਾਸੇ ਮਹਾਂਕਾਲ ਦੀ ਜਾਗਤ ਜੋਤ ਉਸ ਅੰਮ੍ਰਿਤ ਪਾਨ ਕਰਨ ਵਾਲੇ ਦੇ ਹਿਰਦੇ ਅੰਦਰ ਸਦਾ ਜਾਗਦੀ ਰਹੇਗੀ। ਉਸ ਦੇ ਕੁਕਰਮਾਂ ਅਤੇ ਪਾਪਾਂ ਦਾ ਨਾਸ਼ ਹੋ ਜਾਵੇਗਾ, ਉਸ ਦੀ ਆਤਮਾ ਨਿਰਮਲ ਅਤੇ ਖਾਲਿਸ ਹੋ ਜਾਵੇਗੀ ਅਤੇ ਉਹ ਪੂਰਨ ਜੋਤ ਪ੍ਰਾਪਤ ਕਰਕੇ ਖਾਲਸਾ ਬਣ ਜਾਵੇਗਾ। ਜਿੱਥੇ ਇੱਕ ਪਾਸੇ ਖਾਲਸਾ ਸੰਤ ਸਹਾਈ ਹੋਵੇਗਾ, ਉੱਥੇ ਉਹ ਦੁਸ਼ਟ ਦਮਨ ਖੜਗਧਾਰੀ ਸ਼ਸਤਰਾਂ ਦਾ ਉਪਾਸਕ ਮਹਾਬਲੀ ਯੋਧਾ ਹੋਵੇਗਾ। ਇਹ ਜੀਵਨ ਸੰਸਾਰ ਲਈ ਇੱਕ ਨਵਾਂ ਕੌਤਕ ਹੋਵੇਗਾ, ਸੋ ਗੋਬਿੰਦ ਆਪ ਕਰੇਗਾ। ਸੋ ਤੁਸੀਂ ਹੁਣ ਮੇਰੇ ਅੰਦਰ ਅਭੇਦ ਹੋ ਗਏ ਹੋ, ਤੁਹਾਡਾ ਆਪਾ ਖਤਮ ਹੋ ਗਿਆ ਹੈ। ਹੁਣ ਸਾਡੀ ਸ਼ਕਤੀ ਮਹਾਂਕਾਲਕਾ ਭਾਰਤ ਵਾਸੀਆਂ ਦੇ ਉਧਾਰ ਲਈ ਗੋਬਿੰਦ ਦੇ ਰੂਪ ਵਿੱਚ ਪ੍ਰਗਟ ਹੋ ਰਹੀ ਹੈ। ਸੋ ਮੇਰੇ ਲਾਲ ਜੀ ਆਓ। ਇਹ ਕਹਿ ਕੇ ਮਿਹਰ ਮਹਾਦਾਤਾਰ ਨੇ ਹੇਮਕੁੰਡ ਦੇ ਤਪਸਵੀ ਨੂੰ ਗਲ ਨਾਲ ਲਾ ਲਿਆ ਅਤੇ ਉਹ ਦਵੈ ਅਤੇ ਏਕ ਰੂਪ ਹੋ ਗਿਓ। ਪਲੋ ਪਲੀ ਵਿੱਚ ਉਹ ਤਪਸਵੀ ਹੇਮਕੁੰਡ ਤੋਂ ਅਲੋਪ ਹੋ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ। ਸ਼੍ਰੀ ਗੁਰੂ ਤੇਗ ਬਹਾਦਰ ਜੀ ਹੌਲੀ ਹੌਲੀ ਤੀਰਥਾਂ ਦੀ ਯਾਤਰਾ ਕਰਦੇ ਹੋਏ ਕਾਂਚੀ ਪ੍ਰਾਗ ਤੋਂ ਅੱਗੇ ਪਟਨੇ ਜਾ ਪੁੱਜੇ। ਉੱਧਰੋਂ ਔਰੰਗਜ਼ੇਬ ਦੇ ਅਸਾਮ, ਢਾਕੇ, ਬੰਗਾਲੇ ਦੇ ਇਲਾਕੇ ਨੂੰ ਆਪਣੇ ਮਹਾਂਹਿਤ ਕਰਨ ਲਈ ਫੌਜ ਭੇਜੀ, ਪਰ ਚਾਤਰ ਔਰੰਗਜ਼ੇਬ ਇੱਕ ਤੀਰ ਨਾਲ ਦੋ ਸ਼ਿਕਾਰ ਕਰਨੇ ਚਾਹੁੰਦਾ ਸੀ। ਅਸਾਮ ਅਤੇ ਢਾਕੇ ਬੰਗਲੇ ਦੇ ਲੋਕ ਜਾਦੂਗਰ ਸਨ, ਇਸ ਕਰਕੇ ਉੱਧਰ ਮੁਗਲਈ ਫੌਜਾਂ ਜਾਨੋਂ ਡਰਦੀਆਂ ਸਨ ਅਤੇ ਇਸੇ ਕਰਕੇ ਹੀ ਉਹ ਇਲਾਕਾ ਅਜੇ ਤੱਕ ਮੁਗਲ ਸਲਤਨਤ ਵਿੱਚ ਸ਼ਾਮਿਲ ਨਹੀਂ ਸੀ ਹੋ ਸਕਿਆ। ਅੱਗੇ ਅਕਬਰ ਨੇ ਵੀ ਇਸੇ ਨੀਤੀ ਅਨੁਸਾਰ ਰਾਜਾ ਮਾਨ ਸਿੰਘ ਨੂੰ ਸੈਨਾਪਤੀ ਬਣਾ ਕੇ ਇੱਥੇ ਭੇਜਿਆ ਸੀ ਅਤੇ ਰਾਜਾ ਮਾਨ ਸਿੰਘ ਮਾਰਿਆ ਗਿਆ ਸੀ। ਭਾਵੇਂ ਰਾਜਾ ਮਾਨ ਸਿੰਘ ਦੀ ਭੈਣ ਅਕਬਰ ਨਾਲ ਵਿਆਹੀ ਹੋਈ ਸੀ ਅਤੇ ਉਸ ਦੀ ਰਾਜਪੂਤੀ ਅਣਖ ਉਸਨੇ ਦਲਮਸ਼ ਛੱਡੀ ਹੋਈ ਸੀ, ਪਰ ਅਕਬਰ ਦੀਆਂ ਫੌਜਾਂ ਵਿੱਚ ਬਹਾਦਰੀ ਕਰਕੇ ਉਸ ਦਾ ਨਾਮ ਉੱਚਾ ਸੀ ਅਤੇ ਅਕਬਰ ਦਿਲੋਂ ਭੈ ਖਾਂਦਾ ਸੀ ਕਿ ਜੇ ਇਹ ਆਕੀ ਹੋ ਗਿਆ ਤਾਂ ਨੁਕਸਾਨ ਪਹੁੰਚਾਵੇਗਾ। ਸੋ ਉਸ ਨੇ ਆਪਣੇ ਇਸ ਸ਼ੰਕੇ ਨੂੰ ਦੂਰ ਕਰਨ ਲਈ ਰਾਜਾ ਮਾਨ ਸਿੰਘ ਨੂੰ ਇਸ ਅਜਿੱਤ ਇਲਾਕੇ ਨੂੰ ਫਤਿਹ ਕਰਨ ਲਈ ਘੱਲਿਆ ਸੀ ਕਿ ਜੇ ਇਲਾਕਾ ਜਿੱਤਿਆ ਗਿਆ ਤਾਂ ਮੇਰਾ ਰਾਜ ਵੱਧ ਜਾਵੇਗਾ ਅਤੇ ਇਹ ਰਾਜਾ ਮਾਨ ਸਿੰਘ ਮਾਰਿਆ ਗਿਆ ਤਾਂ ਵੀ ਮੇਰੇ ਦਿਲੋਂ ਭਾਰ ਉਤਰ ਜਾਵੇਗਾ। ਹੁਣ ਅਕਬਰ ਦੀ ਥਾਂ ਔਰੰਗਜ਼ੇਬ ਸੀ ਅਤੇ ਰਾਜਾ ਮਾਨ ਸਿੰਘ ਦੀ ਥਾਂ ਉਸ ਦਾ ਪੋਤਰਾ ਬਿਸ਼ਨ ਸਿੰਘ ਮੁਗਲ ਫੌਜ ਵਿੱਚ ਜਰਨੈਲ ਸੀ। ਔਰੰਗਜ਼ੇਬ ਹਿੰਦੂ ਤਾਕਤ ਨੂੰ ਘਟਾ ਕੇ ਨਿਰਬਲ ਬਣਾਉਣਾ ਚਾਹੁੰਦਾ ਸੀ ਅਤੇ ਨਿਰਬਲ ਕਰਕੇ ਫਿਰ ਆਪਣਾ ਪਾਰਟ ਅਦਾ ਕਰਨਾ ਚਾਹੁੰਦਾ ਸੀ, ਕੇਵਲ ਮੁਸਲਮਾਨੀ ਮਤ ਬਣਾਉਣਾ ਚਾਹੁੰਦਾ ਸੀ। ਸੋ ਉਸ ਨੇ ਜੈਪੁਰੀਏ ਰਾਜੇ ਬਿਸ਼ਨ ਸਿੰਘ ਨੂੰ ਹੀ ਇਸ ਫੌਜ ਕਛੀ ਦਾ ਜਰਨੈਲ ਬਣਾ ਦਿੱਤਾ। ਬਿਸ਼ਨ ਸਿੰਘ ਭਾਵੇਂ ਅਧੀਨ ਹੀ ਸੀ, ਪਰ ਜਾਣਦਾ ਤਾਂ ਸਭ ਕੁਝ ਸੀ। ਉਸ ਦਾ ਬਾਬਾ ਰਾਜਾ ਮਾਨ ਸਿੰਘ ਇਸੇ ਮੁਹਿੰਮ ਵਿੱਚ ਮਾਰਿਆ ਗਿਆ ਸੀ, ਇਸ ਲਈ ਉਸ ਨੂੰ ਵੀ ਮੌਤ ਦਾ ਹੀ ਡਰ ਸੀ। ਜਿਸ ਰਾਜੇ 'ਤੇ ਚੜ੍ਹਾਈ ਕਰਨੀ ਸੀ ਉਹ ਵੀ ਹਿੰਦੂ ਰਾਜਾ ਸੀ, ਇਸ ਲਈ ਔਰੰਗਜ਼ੇਬ ਤਾਂ ਹਿੰਦੂ ਰਾਜਿਆਂ ਨੂੰ ਲੜਾ ਕੇ ਕਮਜ਼ੋਰ ਕਰਨਾ ਚਾਹੁੰਦਾ ਸੀ। ਬਿਸ਼ਨ ਸਿੰਘ ਢਾਕੇ ਵੱਲ ਜਾਂਦਾ ਪਟਨੇ ਦੇ ਨੇੜੇ ਪੁੱਜਾ। ਉਹ ਆਪਣੇ ਸਭ ਅਹਿਲਕਾਰਾਂ ਨੂੰ ਇਹੀ ਕਹਿੰਦਾ ਸੀ ਕਿ ਮੈਨੂੰ ਮਰਵਾਉਣ ਲਈ ਭੇਜਿਆ ਜਾ ਰਿਹਾ ਹੈ।
ਨਾ ਕਰ ਸਕਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਉਸ ਨੂੰ ਨਾ ਤੇ ਹਾਂ ਦੋਹਾਂ ਵਿੱਚ ਮੌਤ ਦਿਸ ਰਹੀ ਸੀ। ਉਹ ਵੀ ਕਾਂਚੀ ਤੇ ਪਰਾਗ ਦੇ ਰਸਤੇ ਵੱਲੋਂ ਹੁੰਦਾ ਜਾ ਰਿਹਾ ਸੀ ਕਿ ਉਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਪਟਨੇ ਵਿੱਚ ਮੌਜੂਦ ਹੋਣ ਦੀ ਖਬਰ ਮਿਲੀ। ਹਿੰਦੂ ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਤਾ ਸੀ, ਜਿਨ੍ਹਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਹਿੰਦੂ ਰਾਜੇ ਛੁਡਾਏ ਸਨ ਅਤੇ ਉਹਨਾਂ ਦੀਆਂ ਰਿਆਸਤਾਂ ਵਾਪਸ ਦਵਾਈਆਂ ਸਨ। ਬਿਸ਼ਨ ਸਿੰਘ ਨੂੰ ਪਤਾ ਲੱਗਾ ਕਿ ਇਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਹਨ। ਇਹ ਖਬਰ ਸੁਣਦੇ ਹੀ ਉਸ ਦੇ ਰੁੜਦੇ ਮਨ ਨੂੰ ਢਾਰਸ ਤੇ ਧੀਰਜ ਹੋਈ। ਇਸ ਨੇ ਸਿੱਖਾਂ ਕੋਲੋਂ ਸੁਣਿਆ ਸੀ ਕਿ ਉਹਨਾਂ ਦੇ ਪ੍ਰਥਮ ਗੁਰੂ ਨਾਨਕ ਸਾਹਿਬ ਕਾਮਰੂਪ ਵਿੱਚ ਗਏ ਸਨ ਅਤੇ ਇਹਨਾਂ ਜਾਦੂਗਰਾਂ ਨੂੰ ਉਹ ਜਿੱਤ ਕੇ ਆਏ ਸਨ। ਗੁਰੂ ਜੀ ਅਜੇ ਗਿਆਂ ਵਿੱਚ ਹੀ ਸਨ ਕਿ ਰਾਜਾ ਬਿਸ਼ਨ ਸਿੰਘ ਵੀ ਲਸ਼ਕਰ ਸਮੇਤ ਉੱਥੇ ਆ ਪੁੱਜਾ। ਉਸ ਨੂੰ ਵੇਖਦਿਆਂ ਹੀ ਪ੍ਰਤੀਤ ਆ ਗਈ ਕਿ ਇਸ ਗੁਰੂ ਦੀ ਸਹਾਇਤਾ ਤੋਂ ਬਿਨਾਂ ਹੋਰ ਕੋਈ ਬਚਾਉਣ ਦੇ ਸਮਰੱਥ ਨਹੀਂ। ਉਸ ਨੇ ਵੇਖਿਆ ਕਿ ਗੁਰੂ ਦੇ ਡੇਰੇ ਵਿੱਚ ਬੜੀਆਂ ਭੀੜਾਂ ਹਨ, ਲੰਗਰ ਚੱਲ ਰਹੇ ਹਨ, ਵੱਡੇ ਵੱਡੇ ਤੰਬੂ ਤੇ ਸ਼ਾਮਿਆਨੇ ਹੇਠਾਂ ਸੰਗਤਾਂ ਇਕੱਤਰ ਹੋਈਆਂ ਗੁਰੂ ਜੀ ਦੇ ਦਰਸ਼ਨ ਦੀਦਾਰ ਕਰ ਰਹੀਆਂ ਸਨ। ਰਾਜਾ ਬਿਸ਼ਨ ਸਿੰਘ ਨੇ ਕੁਝ ਅਹਿਲਕਾਰ ਨਾਲ ਲੈ ਤੇ ਗੁਰੂ ਜੀ ਅੱਗੇ ਦਰਸ਼ਨ ਭੇਟ ਰੱਖ ਕੇ ਦਿਲ ਦਾ ਹਾਲ ਦੱਸਿਆ ਤੇ ਸਹਾਇਤਾ ਲਈ ਬੇਨਤੀ ਕੀਤੀ। ਉਸ ਦੀ ਦੀਨਤਾ ਨੂੰ ਦੇਖ ਗੁਰੂ ਜੀ ਕਿਰਪਾਲੂ ਹੋ ਗਏ। ਉਹਨਾਂ ਨੇ ਰਾਜਾ ਬਿਸ਼ਨ ਸਿੰਘ ਦੇ ਨਾਲ ਜਾਣ ਦੀ ਮਨਜ਼ੂਰੀ ਦੇ ਦਿੱਤੀ। ਰਾਜੇ ਦਾ ਮੁਰਝਾਇਆ ਮਨ ਕਮਲ ਫੁੱਲਾਂ ਵਾਂਗ ਖਿੜ ਗਿਆ। ਰਾਜੇ ਨੇ ਆਪਣੀ ਮੁਰਝਾਈ ਫੌਜ ਨੂੰ ਵੀ ਜਾ ਦੱਸਿਆ ਕਿ ਫਿਕਰ ਨਾ ਕਰੋ, ਗੁਰੂ ਨਾਨਕ ਨੇ ਕਾਮਰੂਪ ਦੇ ਜਾਦੂਗਰਾਂ ਨੂੰ ਜਿੱਤਿਆ ਸੀ ਤੇ ਹੁਣ ਉਹਨਾਂ ਦੀ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਹਨ। ਉਹ ਸਾਡੇ ਨਾਲ ਚੱਲਣਗੇ। ਗੁਰੂ ਜੀ ਸਰਬ ਸ਼ਕਤੀਵਾਨ ਹਨ। ਉਹਨਾਂ ਦੇ ਪ੍ਰਤਾਪ ਨਾਲ ਸਭ ਜਾਦੂ ਦਗਦ ਹੋ ਜਾਣਗੇ ਤੇ ਸਾਡੀ ਹੀ ਫਤਿਹ ਹੋਵੇਗੀ।